ਦੁਆਬਾ ਜਿਹੜਾ ਇਹਦੇ ਵਿੱਚ ਲਗਭਗ MLA ਸਾਹਿਬਾਨ ਜਿਹੜੇ ਉਹ ਦਲਿਤ ਹੈਗੇ ਨੇ, ਉਹਨਾਂ ਨੇ ਵੀ ਤੁਹਾਡੀ ਇਸ ਯਾਤਰਾ ਦੀ ਸ਼ਲਾਘਾ ਕੀਤੀ। ਉਹ ਜੇ ਸ਼ਲਾਘਾ ਕਰਦੇ ਹੁਣ ਫਿਰ ਘਾਟਾ ਹੀ ਕਿਹੜੀ ਗੱਲ ਦੀ ਸੀ, ਕਿਉਂਕਿ ਮੈਜੋਰਟੀ ਦੇ ਵਿੱਚ ਕਾਂਗਰਸ ਦੇ ਦਲਿਤ MLA ਆ। ਜੇ ਉਹ ਸਰਕਾਰ ਦੇ ਉੱਤੇ ਦਬਾਅ ਬਣਾਉਣ ਉਹ ਰਿਜ਼ਾਈਨ ਕਰਨ ਵੀ ਜਿੰਨੀ ਦੇਰ ਤੱਕ ਧਰਮਸੋਤ ਬੈਠਾ ਅਸੀਂ ਨਹੀਂ ਆਉਣਾ ਤੁਹਾਡੇ ਕੋਲ, ਲਿਆਉਣ ਦੀ ਜ਼ਰੂਰਤ ਹੈ। ਇੱਕ ਵਾਰੀ ਬਦਲਾਅ ਲੈ ਕੇ ਆਓ। ਤੁਹਾਨੂੰ ਸਾਡਾ ਕੰਮ ਨਾ ਠੀਕ ਲੱਗਿਆ ਅਸੀਂ ਦੁਬਾਰਾ ਤੁਹਾਡੇ ਕੋਲ ਵੋਟ ਮੰਗਣ ਨਹੀਂ ਆਵਾਂ। ਸੋ ਮੇਰੀ ਇਹ ਅਪੀਲ ਆ, ਇੱਕ ਮੌਕਾ ਲੋਕ ਇਨਸਾਫ ਪਾਰਟੀ ਨੂੰ ਦੇ ਕੇ ਦੇਖੋ। ਹਿੰਦੀ ਦੀ ਇੱਕ ਫਿਲਮ ਆਈ ਸੀ ਨਾਇਕ, ਉਹ ਤਾਂ ਸੀਗੀ ਫਿਲਮ ਦੇ ਵਿੱਚ ਸਰਕਾਰ ਚੱਲਦੀ, ਤੇ ਮੈਂ ਵਾਅਦਾ ਕਰਦਾ ਸੀ ਪੰਜਾਬ ਦੇ ਵਿੱਚ ਉੱਦਾਂ ਦੀ ਸਰਕਾਰ ਸੱਚੇ ਰੂਪ 'ਚ ਚਲਾ ਕੇ ਦਿਖਾ ਦੇ, ਉਦੋਂ ਵੀ ਬਿਹਤਰ ਸਰਕਾਰ ਚਲਾ ਕੇ ਦਿਖਾ ਦਿਆਂਗੇ। ਕਿਉਂਕਿ ਰਾਜਨੀਤੀ ਸਾਡਾ ਪੇਸ਼ਾ ਨਹੀਂ, ਸਾਡੇ ਲਈ ਇੱਕ ਦੇਸ਼ ਭਗਤੀ ਹੈ, ਲੋਕਾਂ ਦੀ ਸੇਵਾ ਦਾ ਜਨੂਨ ਆ। ਕਰਪਸ਼ਨ ਦੇ ਖਿਲਾਫ, ਲੂਟ ਮਾਫੀਆ ਦੇ ਖਿਲਾਫ ਸੰਘਰਸ਼ ਦਾ ਨਾਮ ਲੋਕ ਇਨਸਾਫ ਪਾਰਟੀ ਵਾਸਤੇ ਰੱਖਦੇ। ਜਿਹੜੇ ਬੱਚੇ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਜਾ ਰਹੇ ਆ, ਉਹਨਾਂ ਨੂੰ ਆਸਟ੍ਰੇਲੀਆ, ਕੈਨੇਡਾ, ਅਮਰੀਕਾ ਜਾਣ ਦੀ ਲੋੜ ਨਹੀਂ। ਕੈਨੇਡਾ ਤੇ ਅਮਰੀਕਾ ਦੇ ਨੌਜਵਾਨ ਪੰਜਾਬ 'ਚ ਆਇਆ ਕਰਨਗੇ। ਸਾਨੂੰ ਕੁਦਰਤ ਨੇ ਐਡੀ ਅਮੀਰੀ ਦਿੱਤੀ ਹੈ। ਤਾਂ ਬੇਈਮਾਨ ਚੌਧਰੀ ਜਿਨ੍ਹਾਂ ਨੂੰ ਵਾਰ-ਵਾਰ ਗਵਰਨਮੈਂਟ ਦਿੱਤੀਆਂ ਲੋਕਾਂ ਨੇ, ਉਹਨਾਂ ਨੇ ਪੰਜਾਬ ਆਪਣੀ ਤਿਜੋਰੀ ਭਰਨ ਲਈ ਵਰਤਿਆ। ਉਹਨਾਂ ਨੇ ਸਰਕਾਰਾਂ ਦੀਆਂ ਪਾਲਿਸੀਆਂ ਆਪਣਾ ਘਰ ਕੋਠਾ ਭਰਨ ਲਈ ਬਣਾਈਆਂ ਨੇ। ਰੇਤਾ ਬਜਰੀ ਚੋਰੀ ਹੋ ਜਾਵੇ, ਵਜੀਫਾ ਘਪਲਾ ਹੋ ਜਾਵੇ, ਪੰਜਾਬ ਦੇ ਅੰਦਰ ਨਸ਼ਾ ਮਾਫੀਆ, ਟਰਾਂਸਪੋਰਟ ਮਾਫੀਆ, ਇਹ ਓਵਰਨਾਈਟ, ਇਹ ਰਾਤੋਂ ਰਾਤ ਖਤਮ ਕਰਨ ਵਾਲੇ ਕੰਮ ਆ ਸਰਕਾਰ ਦੇ। ਬਟ ਬਸ਼ਰਤੇ ਕਿ ਸਰਕਾਰ ਦਾ ਮੁੱਖ ਮੰਤਰੀ ਖੁਦ ਇਮਾਨਦਾਰ ਤੇ ਦ੍ਰਿਸ਼ ਸ਼ਕਤੀ ਹੋਵੇ। ਲੋਕਤੰਤਰ, ਡੈਮੋਕ੍ਰੇਸੀ ਲੋਕਾਂ ਤੋਂ ਉੱਤੇ ਮੋਦੀ ਜਾਂ ਕੈਪਟਨ ਨਹੀਂ, ਲੋਕ ਸੁਪਰੀਮ ਆ। ਤੁਸੀਂ ਜਾਗਰੂਕ ਹੋ ਗਏ ਨਾ, ਤੁਸੀਂ ਕਨਸਟੀਟਿਊਸ਼ਨ ਪੜ੍ਹ ਲਿਆ, ਤੁਹਾਡੇ ਅੰਦਰ ਇੱਕ ਜਾਗਰੂਕਤਾ, ਉਹ ਜਾਗਰੂਕਤਾ ਦੇਸ਼ ਤੇ ਪੰਜਾਬ ਦੇ ਭਲੇ ਲਈ ਕੰਮ ਆਏ। ਪੂਰੇ ਪੰਜਾਬ ਦੇ ਵਿੱਚ ਦਲਿਤ ਵਿਦਿਆਰਥੀਆਂ ਦੀ ਫੀਸ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਜਿਹੜੀ ਹੈ, ਇਹਨੂੰ ਲੈ ਕੇ ਪੂਰਾ ਇੱਕ ਭਾਂਬੜ ਮਚਦਾ ਜਾ ਰਿਹਾ ਹੈ। ਵਿਧਾਨ ਸਭਾ ਦੇ ਅੰਦਰ ਵੀ ਮਾਣਯੋਗ ਬੈਂਸ ਬ੍ਰਦਰ MLA ਦੋਨੋਂ ਭਰਾਵਾਂ ਨੇ ਬੜਾ ਪ੍ਰੋਟੈਸਟ ਕੀਤਾ ਸੀਗਾ ਔਰ ਸ਼੍ਰੀ ਗੁਰੂ ਰਵਿਦਾਸ ਚਰਨ ਛੋਹ ਪ੍ਰਾਪਤ ਧਰਤੀ ਖੁਰਾਲਗੜ੍ਹ ਸਾਹਿਬ ਤੋਂ ਇਹ ਯਾਤਰਾ ਸ਼ੁਰੂ ਕੀਤੀ ਹੈ। ਦਲਿਤ ਵਿਦਿਆਰਥੀ ਬਚਾਓ ਯਾਤਰਾ ਹੈ। 3 ਟਾਇਰ 2 ਪੈਰ ਸਾਧੂ ਤੇਰੀ ਨਹੀਂ ਖੈਰ, ਇਹ ਨਾਰਾ ਲੈ ਕੇ ਚੱਲੇ ਨੇ। सारे शो करते हैं ट्रेन में बजे रहे बड़ा भाई नाल खड़ो यार, आजो मेरे तक आजो, सारे इकट्ठे हो के खड़ो के अंदर गल च पा के खड़ो अपना जाने भाई। ठीक है जी। सारे शो करते हैं ट्रेन में बजे रहे
ਇਸ ਵੇਲੇ ਪਿੰਡ ਵਿਰਕਾ ਤੋਂ ਹਲਕਾ ਫਲੌਰ ਦੇ ਅੰਦਰ ਜਿਹੜਾ ਇਹ ਯਾਤਰਾ ਸ਼ੁਰੂ ਕੀਤੀ ਹੈਗੀ ਹੈ। ਮੇਰੇ ਨਾਲ ਨੇ ਇਸ ਲਈ ਬੈਂਸ ਸਾਹਿਬ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ ਤੁਹਾਡਾ ਹਲਕਾ ਫਲੌਰ ਦੇ ਅੰਦਰ। ਬਹੁਤ ਸ਼ੁਕਰੀਆ, ਮਿਹਰਬਾਨੀ। ਦਲਿਤ ਵਿਦਿਆਰਥੀ ਬਚਾਓ ਯਾਤਰਾ ਪਹਿਲੇ ਪੜਾਅ ਦਾ ਚੌਥਾ ਦਿਨ, ਅੰਤਮ ਦਿਨ, ਸਰਦਾਰ ਸਰੂਪ ਸਿੰਘ ਘੜਿਆਣਾ ਦਾ ਹਲਕਾ ਫਲੌਰ, ਜਿੱਥੇ ਬਹੁਤ ਵੱਡੀ ਗਿਣਤੀ 'ਚ ਮਾਤੜ ਦਲਿਤ ਪਰਿਵਾਰ ਰਹਿੰਦੇ ਆ। ਸਾਡਾ ਮਿਸ਼ਨ, ਅਸੀਂ ਖਰਾਲਗੜ੍ਹ ਸਾਹਿਬ ਪਵਿੱਤਰ ਧਰਤੀ ਗੁਰੂ ਰਵਿਦਾਸ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਕੇ ਤੁਰੇ ਸੀ ਐਂਡ ਅਸੀਂ ਉਸ ਮਿਸ਼ਨ ਦੀ ਪ੍ਰਾਪਤੀ ਵਾਲੇ ਪਾਸੇ। ਮੈਂ 3 ਦਿਨ ਦਾ ਤਜਰਬਾ ਤੁਹਾਨੂੰ ਦੱਸ ਸਕਦਾ। ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਇਕੱਠ ਇਸ ਗੱਲ ਦਾ ਸੰਕੇਤ ਆ ਕਿ ਲੋਕ ਭਰਪੂਰ ਜਾਣਕਾਰੀ, ਅਸੀਂ ਰਿਪੋਰਟ ਲੋਕਾਂ ਨੂੰ ਵੰਡ ਰਹੇ ਹਾਂ, ਲੋਕ ਭਰਪੂਰ ਜਾਣਕਾਰੀ ਲੈ ਕੇ ਰੋਸ ਤੇ ਗੁੱਸੇ ਦੇ ਵਿੱਚ ਆ। ਜਿੰਨੀ ਦੇਰ ਤੱਕ ਧਰਮਸੋਤ ਬਰਖਾਸਤ ਹੋ ਕੇ CBI ਦੀ ਜਾਂਚ ਨਹੀਂ ਹੁੰਦੀ, ਸਾਡੀ ਇਹ ਯਾਤਰਾ ਦੇ ਅਗਲੇ ਪੜਾਅ ਪਰ ਖੇਤੀ ਸੁਧਾਰ ਬਿੱਲ ਨੂੰ ਲੈ ਕੇ ਅਸੀਂ 23 ਤਰੀਕ ਨੂੰ ਦਿੱਲੀ ਦੇ ਵਿੱਚ ਪਾਰਲੀਮੈਂਟ ਦਾ ਘਿਰਾਓ ਕਰਨ ਲਈ ਹਜ਼ਾਰਾਂ ਮੋਟਰਸਾਈਕਲ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਹੱਥਾਂ 'ਚ ਕਾਲੇ ਝੰਡੇ ਫੜ ਕੇ ਰੋਸ ਮਾਰਚ ਕਰਦੇ ਹੋਏ ਦਿੱਲੀ ਪਾਰਲੀਮੈਂਟ ਦਾ ਘਿਰਾਓ ਕਰਨ ਜਾ ਰਹੇ ਹਾਂ, ਤਾਂ ਜੋ ਜਿਹੜਾ ਖੇਤੀਬਾੜੀ ਸੁਧਾਰ ਕਾਨੂੰਨ ਉਹਦਾ ਸਭ ਤੋਂ ਮਾੜਾ ਪ੍ਰਭਾਵ ਪੰਜਾਬ ਦੇ ਇਕੱਲੇ ਕਿਸਾਨ ਜਾਂ ਦਲਿਤ ਖੇਤ ਮਜ਼ਦੂਰ ਦੇ ਉੱਤੇ ਨਹੀਂ, ਇਹ ਪੂਰੇ ਪੰਜਾਬ ਦੀ ਆਰਥਿਕਤਾ ਨੂੰ ਖਤਮ ਕਰਨ ਵਾਲਾ ਬਿੱਲ ਆ। ਇਸ ਕਰਕੇ ਅਸੀਂ ਇਸ ਯਾਤਰਾ ਦਾ ਜਿਹੜਾ ਸਾਡਾ ਮੋਟਿਵ ਆ, ਗੁਰੂ ਦੀ ਕਿਰਪਾ, ਅਸੀਂ ਉਸ ਮਿਸ਼ਨ ਨੂੰ ਪ੍ਰਾਪਤ ਕਰਨ ਵਾਲੇ ਪਾਸੇ ਵੱਧ ਰਹੇ ਹਾਂ। ਅਗਾਮੀਆਂ ਦੀ ਧਾਰ ਆਜੋ ਵੀਰੇ ਅੱਗੇ ਹੋ ਜੀ, ਮਗਰ ਖੜ ਜਾਓ, ਮੋਟਾ ਜਿਹਾ ਆਜੋ ਨਾਲ ਖੜ ਜਾ, ਪਿੱਛੇ ਖੜ ਜਾਓ, ਪਿੱਛੇ ਖੜ ਜਾਓ, ਆਜੋ ਯਾਰ, ਆਜੋ ਬਾਬਾ ਜੀ। ਜਿਹੜਾ ਧਰਮਸੋਤ ਦਾ ਵੱਡਾ ਕੰਬੜਾ ਐਂਡ ਇਹਨੂੰ ਇੱਕ ਕਾਂਗਰਸ ਦੀ ਮਜਬੂਰੀ ਬਣਾ ਦਿਓ। ਜਿਹੜਾ ਆਪਾਂ ਪੋਸਟਰ ਬਣਾਇਆ ਉੱਤੇ ਲਿਖਿਆ ਕਰੋ ਕਾਂਗਰਸ ਦਾ ਬਾਈਕਾਟ, ਜਿੰਨੀ ਦੇਰ ਤੱਕ ਧਰਮਸੋਤ ਬਰਖਾਸਤ ਨਹੀਂ ਹੁੰਦਾ ਤੇ CBI ਦੀ ਜਾਂਚ ਨਹੀਂ। ਜੇ ਹੁਣ ਧਰਮਸੋਤ ਬਚ ਗਿਆ ਤੇ ਇੱਕ ਬੜਾ ਮਾੜਾ ਸੁਨੇਹਾ ਜਾਣਾ ਕਿ ਸੈਂਕੜੇ ਕਰੋੜ ਕਿਸੇ ਦੇ ਖਾ ਗਏ, ਉਹਦਾ ਕਿਸੇ ਨੇ ਕੀ ਵਿਗਾੜ ਲਿਆ। ਜੱਜ ਪੜਨ ਵਾਲੇ ਬੜੀ ਮਿਹਰਬਾਨੀ ਤੁਹਾਡੀ ਸਾਰਿਆਂ ਦੀ। ਸਰਪੰਚ ਸਾਹਿਬ ਬੜਾ ਜੀ, ਕਿਨਾਂ ਮੈਂਬਰ ਪੰਚਾਇਤ ਹੈ। ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ। ਹੋਰ ਇੱਥੇ ਬਲਿਆਰ ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ।
ਬੱਚਿਆਂ ਦੀ ਫੀਸ ਦਾ ਮੁੱਦਾ ਹੈ। ਲੋਕ ਇਸ ਗੱਲ ਨੂੰ ਸਮਝ ਰਹੇ ਕਿ ਇਕੱਲੀ ਫੀਸ ਦਾ ਮੁੱਦਾ ਨਹੀਂ ਹੈ। ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਬੱਚੇ ਇੰਜੀਨੀਅਰ, ਵਕੀਲ ਜਾਂ ਵੱਡੇ ਵੱਡੇ ਅਫਸਰ ਨਹੀਂ ਬਣ ਸਕਣਗੇ। ਕੀ ਲੋਕ ਸਮਝ ਰਹੇ ਨੇ? 100% ਰਾਤ ਮੇਟਾਂ ਪਿੰਡ ਹੈਗਾ ਫਗਵਾੜਾ ਹਲਕੇ ਦਾ, ਉੱਥੇ ਇੱਕ 8ਵੀਂ ਜਮਾਤ ਦੀ ਬੱਚੀ ਨੇ ਆਪਣੇ ਵੱਲੋਂ ਲਿਖੀ ਹੋਈ ਕਵਿਤਾ ਪੜ੍ਹ ਕੇ ਸੁਣਾਈ ਵੀ ਜੇ ਸਾਨੂੰ ਇਹ ਦਲਿਤ ਵਜ਼ੀਫਾ ਸਕੀਮ ਬੰਦ ਹੋ ਗਈ ਅਸੀਂ ਅਨਪੜ੍ਹ ਰਹਿ ਜਾਵਾਂਗੇ, ਕਿਉਂਕਿ ਸਾਡੇ ਬਾਪ ਦੀ ਜੇਬ ਦੇ ਗੁੰਜਾਇਸ਼ ਨਹੀਂ ਹੈਗੀ। ਲੋਕ ਸਮਝ ਗਏ ਵੀ ਜੇ ਹੁਣ ਮੰਤਰੀ ਬਚ ਗਿਆ ਫਿਰ ਬਾਗਾਂ ਖੁੱਲ੍ਹ ਗਈਆਂ, ਫਿਰ ਸਾਡੇ ਬੱਚੇ ਨਹੀਂ ਪੜ੍ਹ ਸਕਣਗੇ ਇਸ ਵਜ਼ੀਫਾ ਸਕੀਮ ਦੇ ਤਹਿਤ। ਜੇ ਮੰਤਰੀ ਹੁਣ ਟੰਗ ਲਿਆ, ਸੈਂਕੜੇ ਕਰੋੜ ਦਾ ਘਪਲਾ ਇੱਕ ਸੀਨੀਅਰ IAS ਅਫਸਰ ਨੇ ਉਜਾਗਰ ਕੀਤਾ, ਜੇ ਹੁਣ ਇਕੱਠੇ ਹੋ ਕੇ ਮੰਤਰੀ ਟੰਗ ਦਿੱਤਾ ਕਾਂਗਰਸ ਦਾ ਬਾਈਕਾਟ ਕਰਕੇ, ਅੰਡਰ ਪ੍ਰੈਸ਼ਰ ਕਰਕੇ ਕਾਂਗਰਸ ਨੂੰ, ਫਿਰ ਭਵਿੱਖ ਦੇ ਵਿੱਚ ਇਸ ਦਲਿਤ ਵਜ਼ੀਫਾ ਸਕੀਮ ਇੱਕ ਪੈਸਾ ਵੀ ਕੋਈ ਚੋਰੀ ਕਰਨ ਦੀ ਹਿੰਮਤ ਨਹੀਂ ਕਰ ਸਕਦਾ। ਇਹ ਲੋਕ ਸਮਝ ਚੁੱਕੇ ਆ ਗੱਲ। ਭਾਈ ਰੱਖੋ ਅੰਕਲ ਜੀ। आगे रखो जी, आगे रखो। ठीक है। क्या गाड़ी सारी शो करते हैं। ट्रेन में बजे लगे। ਖੜੋ ਭਾਈ, ਨਾਲ ਖੜੋ ਯਾਰ, ਆਜੋ ਵੀਰ ਜੀ ਅੱਗੇ ਆਜੋ। ਆ ਸਾਰੇ ਇਕੱਠੇ ਹੋ ਕੇ ਖੜੋ ਅੱਗੇ, ਅੰਕਲ ਦਾ ਗੱਲ ਚ ਪਾ ਕੇ ਖੜੋ ਆਪਣਾ ਇੱਥੇ। ਆਜੋ ਭਾਜੀ, ਠੀਕ ਹੈ ਜੀ। ਭਾਈ ਰੱਖੋ ਅੰਕਲ ਜੀ। आगे रखो जी, आगे रखो। ठीक है। क्या गाड़ी सारी शो करते हैं। ट्रेन में बजे लगे। ਖੜੋ ਭਾਈ, ਨਾਲ ਖੜੋ ਯਾਰ, ਆਜੋ ਵੀਰ ਜੀ ਅੱਗੇ ਆਜੋ। ਆ ਸਾਰੇ ਇਕੱਠੇ ਹੋ ਕੇ ਖੜੋ ਅੱਗੇ, ਅੰਕਲ ਦਾ ਗੱਲ ਚ ਪਾ ਕੇ ਖੜੋ ਆਪਣਾ ਇੱਥੇ। ਆਜੋ ਭਾਜੀ, ਠੀਕ ਹੈ ਜੀ। ਇਹ ਜਿਹੜੀ ਯਾਤਰਾ ਤੁਹਾਡੀ ਦੁਆਬੇ ਦੇ ਵਿੱਚ ਤੁਸੀਂ ਸ਼ੁਰੂ ਕੀਤੀ ਸੀਗੀ, ਤੇ ਦੁਆਬਾ ਜਿਹੜਾ ਇਹਦੇ ਵਿੱਚ ਲਗਭਗ MLA ਸਾਹਿਬਾਨ ਜਿਹੜੇ ਉਹ ਦਲਿਤ ਹੈਗੇ ਨੇ, ਉਹਨਾਂ ਨੇ ਵੀ ਤੁਹਾਡੀ ਇਸ ਯਾਤਰਾ ਦੀ ਸ਼ਲਾਘਾ ਕੀਤੀ। ਉਹ ਜੇ ਸ਼ਲਾਘਾ ਕਰਦੇ ਹੁਣ ਫਿਰ ਘਾਟਾ ਕਿਹੜੀ ਗੱਲ ਦੀ ਸੀ, ਕਿਉਂਕਿ ਮੈਜੋਰਟੀ ਦੇ ਵਿੱਚ ਕਾਂਗਰਸ ਦੇ ਦਲਿਤ MLA ਆ। ਜੇ ਉਹ ਸਰਕਾਰ ਦੇ ਉੱਤੇ ਦਬਾਅ ਬਣਾਉਣ, ਉਹ ਰਿਜ਼ਾਈਨ ਕਰਨ ਵੀ ਜਿੰਨੀ ਦੇਰ ਤੱਕ ਧਰਮਸੋਤ ਬੈਠਾ ਅਸੀਂ ਨਹੀਂ ਆਉਣਾ ਤੁਹਾਡੇ ਕੋਲੇ, ਫਿਰ ਸਾਨੂੰ ਲੋੜ ਹੀ ਨਹੀਂ ਦਰ ਧੱਕੇ ਖਾਣ ਦੀ। ਸਾਨੂੰ ਨਹੀਂ ਜ਼ਰੂਰਤ ਗਰਮੀ ਦੇ ਵਿੱਚ ਸੜਕਾਂ ਦੀ ਖਾਕ ਛਾਨਣ ਦੀ। ਅਫਸੋਸ ਆ ਕਿ ਅੱਜ 34 ਦਲਿਤ MLA ਪੰਜਾਬ ਦੇ ਅੰਦਰ ਆਪਣੀ ਡਿਊਟੀ ਤੋਂ ਭੱਜ ਗਏ। 34ਵਾਂ ਦਾ ਮਿਨਿਸਟਰ ਆ, 33 ਆਪਣੀ ਡਿਊਟੀ ਜਿਹੜੇ ਕਾਰਨ ਕਰਕੇ, ਜਿਹੜੇ ਵਿਸ਼ੇ ਲਈ ਦਲਿਤ ਸਮਾਜ ਨੇ ਉਹਨਾਂ ਨੂੰ MP ਤੇ MLA ਬਣਾ ਕੇ ਭੇਜਿਆ, ਅੱਜ ਉਹ ਆਪਣੀ ਡਿਊਟੀ ਤੋਂ ਭਗੌੜੇ ਹੋ ਗਏ।
ਸਾਰੇ ਸ਼ੋਅ ਕਰਦੇ ਇੰਨੇ ਵਜੇ ਲੜੇ ਖੜਾ ਭਾਈ ਨਾਲ ਖੜੋ ਯਾਰ ਆਜੋ ਵੀਰ ਤੇ ਅੱਗੇ ਆਜੋ ਆ ਸਾਰੇ ਇਕੱਠੇ ਹੋ ਕੇ ਖੜੋ ਅੱਗੇ ਅੰਕਲ ਗੱਲ ਚ ਪਾ ਕੇ ਖੜੋ ਆਪਣਾ ਜਾਨੇ ਭਾਜੀ ਠੀਕ ਹੈ ਜੀ ਤੇ ਜਦੋਂ ਵਿਧਾਨ ਸਭਾ ਦੇ ਵਿੱਚ ਤੁਸੀਂ ਪ੍ਰੋਟੈਸਟ ਕੀਤਾ ਸੀ ਮਾਨਯੋਗ ਮੁੱਖ ਮੰਤਰੀ ਦੇ ਸਾਹਮਣੇ ਦੋਨੋਂ ਭਰਾਵਾਂ ਨੇ, ਉਸ ਵੇਲੇ ਜਿਹੜੇ ਬਾਕੀ ਐਮਐਲਏ ਦਲਿਤ ਸੀਗੇ ਉਹਨਾਂ ਨੇ ਉਸ ਵੇਲੇ ਤੁਹਾਡੇ ਨਾਲ ਹਾਂ 'ਚ ਹਾਂ ਰਲਾਈ ਸੀਗੀ ਕਿ ਨਹੀਂ? ਬਿਲਕੁਲ ਵੀ ਨਹੀਂ। ਮੁੱਖ ਮੰਤਰੀ ਸਾਹਿਬ ਨੇ ਮੰਤਰੀ ਨੂੰ ਇਸ਼ਾਰਾ ਕਰ ਦਿੱਤਾ ਵੀ ਤੂੰ ਸਟੇਟਮੈਂਟ ਦੇ ਦੇ। ਜਦੋਂ ਅਸੀਂ ਉਹ ਮੰਤਰੀ ਦੇ ਪੈਰਾਂ ਦੇ ਵਿੱਚ ਥੱਲੇ ਤੱਪੜ ਤੇ ਬੈਠੇ ਆ, ਉਹਨਾਂ ਦੀ ਕੁਰਸੀ ਦੇ ਥੱਲੇ, ਉਹਨਾਂ ਨੇ ਮੰਤਰੀ ਨੂੰ ਇਸ਼ਾਰਾ ਕਰਦਾ ਤੇ ਮੰਤਰੀ ਸਟੇਟਮੈਂਟ ਦੇ ਰਿਹਾ, ਕਹਿੰਦਾ ਮੈਂ ਸੱਚਾ, ਮੈਂ ਕੋਈ ਘਪਲਾ ਨਹੀਂ ਕੀਤਾ। ਮੈਂ ਫਿਰ ਤਾਂ ਗੱਲ ਕਲੀਅਰ ਹੋ ਗਈ। ਤੁਸੀਂ ਸੱਚੇ ਹੋ, ਇਮਾਨਦਾਰ ਹੋ, ਤੁਸੀਂ ਮੁੱਖ ਮੰਤਰੀ ਨੂੰ ਫਲੋਰ ਆਫ ਹਾਊਸ ਅਨਾਉਂਸ ਕਰੋ ਵੀ ਸੀਬੀਆਈ ਦੀ ਜਾਂਚ ਕਰਾ ਦਿਓ। ਤੁਸੀਂ ਨਾ ਛੱਡੋ ਉਹਦਾ, ਸੀਬੀਆਈ ਦੀ ਜਾਂਚ ਕਰਾਓ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਵੇ। ਉਹ ਫਿਰ ਇਸ ਗੱਲ ਦਾ ਜਵਾਬ ਨਹੀਂ ਦੇ ਸਕੇ। ਅਫਸੋਸ ਆ ਕਿ ਜਿੰਨੇ ਉਸ ਦਿਨ ਪੰਜਾਬ ਵਿਧਾਨ ਸਭਾ ਦੇ ਅੰਦਰ ਐਸਸੀ ਬਰਾਦਰੀ ਦੇ ਐਮਐਲਏ ਸਬਾਨ ਸਨ, ਮੂੰਹ 'ਚ ਘੁੰਗਣੀਆਂ ਪਾ ਕੇ ਬੈਠੇ ਰਹੇ। ਉਹਨਾਂ ਦੀ ਆਤਮਾ ਮੈਂ ਸਮਝਦਾ ਕਿ ਗਰਬੀ ਰੱਖ ਲਈ ਪਾਰਟੀਆਂ ਨੇ। ਤੁਹਾਨੂੰ ਜਿਹੜੇ ਮਕਸਦ ਵਾਸਤੇ ਦਲਿਤ ਵਰਗ ਨੇ ਜਿਤਾ ਕੇ ਭੇਜਿਆ, ਹਜ਼ਾਰਾਂ ਵੋਟਾਂ ਪਾ ਕੇ, ਤੁਸੀਂ ਉਸ ਮਕਸਦ ਨੂੰ ਦਰਕਨਾਰ ਕਰ ਦਿੱਤਾ। ਤੁਸੀਂ ਦਲਿਤ ਬੱਚਿਆਂ ਦੇ ਜਿਹੜੇ ਭਵਿੱਖ ਦੇ ਸੁਪਨੇ ਹੈਗੇ ਉਹਨਾਂ ਦਾ ਮਰਡਰ ਕਰਨ ਵਾਲੇ ਲੋਕਾਂ ਦੇ ਨਾਲ ਸਿਰਫ ਆਪਣੀ ਕੁਰਸੀ ਕਰਕੇ ਖੜੇ ਹੋ। ਸੋ ਮੇਰੀ ਫੇਰ ਅਪੀਲ ਹੈ, ਜਿਹੜੇ ਦਲਿਤ ਐਮਪੀ ਤੇ ਐਮਐਲਏ ਆ, ਉਹ ਪਾਰਟੀ ਪੱਧਰ ਤੋਂ ਉੱਤੇ ਉੱਠ ਕੇ ਆਪਣੀ ਅਖਲਾਕੀ ਜ਼ਿੰਮੇਵਾਰੀ ਸਮਝਦੇ ਹੋਏ ਇਸ ਮੁੱਦੇ ਦੇ ਉੱਤੇ ਸਰਕਾਰ ਨੂੰ ਮਜਬੂਰ ਕਰ ਦੇਣ, ਤਾਂ ਜੋ ਸੀਬੀਆਈ ਦੀ ਜਾਂਚ ਕਰਾਉਂਦੇ ਹੋਏ ਬਰਖਾਸਤ ਮੰਤਰੀ ਨੂੰ ਕਰਨਾ ਪੈ ਜਾਵੇ। ਬਚਾਈਏ ਕਿਸਾਨ ਅਤੇ ਪੰਜਾਬ ਬਚਾਈਏ, ਪੰਜਾਬ ਬਚਾਈਏ। ਹਮਰਤਲੇ ਕਿਸਾਨ ਮਜ਼ਦੂਰ ਸਰਕਾਰਾਂ ਨੇ ਪਾ ਦੇਣ ਰੋਜ਼ ਇਹ ਨਵੀਆਂ ਹੀ ਮਾਰਾਂ ਨੇ। ਇੱਕ ਮਿੱਕ ਹੋ ਕੇ ਰਲ ਕੇ ਕਿਸਾਨੀ ਨੂੰ ਬਚਾਈਏ ਦੋਸਤੋ, ਹੋਇਆ ਜੋ ਇਹ ਪੰਜਾਬੀ ਹੋਏ। ਸਰਕਾਰ ਦੀਆਂ ਸਰਕਾਰ ਦੀਆਂ ਗਾਲੀ ਨਹੀਂ ਕੱਟਾ ਕੱਢਣਾ। ਖੋਲੀਏ ਯਾਰ ਹੋ ਜਾ ਲਾਗੇ ਨੂੰ ਸਿੰਘ ਸਾਹਿਬ। ਆ ਗਿਆ ਨੱਖਾ ਦਾ ਤੁਦੇ ਆ ਗਿਆ ਆ ਗਿਆ ਮਾਰੇ ਕਮਾਨਲ ਦੇਰੀਆ ਸਾਡਾ ਤੇਰੇ ਨਾਲ ਕੀ ਵੈਰ ਨਹੀਂ ਮਹੀਨਾ ਦਾ ਬਣੀ ਖਾਣ
ट्रेन ने बजे लगे ਖੜਾ ਭਾਈ ਨਾਲ ਖੜੋ ਯਾਰ ਆਜੋ ਵੀਰ ਤੇ ਅੱਗੇ ਆਜੋ ਆ ਸਾਰੇ ਇਕੱਠੇ ਹੋ ਕੇ ਖੜੋ ਅੱਗੇ ਅੰਕਲ ਗੱਲ ਚ ਪਾ ਕੇ ਖੜੋ ਆਪਣਾ ਜਾਨੇ ਭਾਜੀ ਠੀਕ ਹੈ ਜੀ करो खासा जी ਜਿਹੜਾ ਪਟਿਆਲਾ ਦੇ ਅੰਦਰ ਪ੍ਰੋਟੈਸਟ ਕੀਤਾ ਜਦੋਂ ਮੁੱਖ ਮੰਤਰੀ ਦੀ ਕੋਠੀ ਦੇ ਅੱਗੇ ਤੁਸੀਂ ਜਾ ਕੇ ਆਪਣੀ ਗੱਲ ਰੱਖਣ ਦੀ ਕੋਸ਼ਿਸ਼ ਕੀਤੀ ਸੀਗੀ ਸਭ ਨੇ ਲਾਈਵ ਦੇਖਿਆ ਕਿਵੇਂ ਤੁਹਾਡੇ ਤੇ ਡਾਂਗ ਵਾਹੀ ਆ ਤੁਹਾਡੇ ਸਾਥੀਆਂ ਤੇ ਵਾਹੀ ਆ ਤੁਹਾਡੇ ਵੀ ਸੱਟਾਂ ਲੱਗੀਆਂ ਸੀ ਤੁਸੀਂ ਬੈਠ ਕੇ ਕਹਿ ਰਹੇ ਸੀ ਕਿ ਮੇਰੇ ਸਿਰ ਦੇ ਵਿੱਚ ਮਾਰ ਕੇ ਕੰਮ ਨਿਬੇੜੋ ਤੇ ਉਸ ਤੋਂ ਬਾਅਦ ਜਲੰਧਰ ਵੀ ਤੁਹਾਨੂੰ ਅਰੈਸਟ ਕਰ ਲਿਆ ਗਿਆ ਸੀਗਾ ਤੇ ਇਹ ਲੋਕ ਸਮਝ ਰਹੇ ਨੇ ਕਿ ਸਾਡੇ ਵਾਸਤੇ ਇਹ ਲੜਾਈ ਲੜੀ ਜਾ ਰਹੀ ਹੈ 100% ਲੋਕਾਂ ਦੀ ਜਿਹੜੀ ਆ ਬੜੀ ਬਰੀਕੀ ਦੇ ਨਾਲ ਸੋਚਣ ਸ਼ਕਤੀ ਆ ਅਸੀਂ ਕਿਸੇ ਰਾਜੇ ਦੇ ਘਰੇ ਨਹੀਂ ਗਏ ਰਾਜਾ ਰਾਣੀ ਦੇ ਗਰਭ 'ਚੋਂ ਪੈਦਾ ਹੋਣਾ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਬੰਦ ਕਰ ਗਏ ਮਤਦਾਨ ਪੇਟੀ ਦੇ ਗਰਭ 'ਚੋਂ ਪੈਦਾ ਹੁੰਦਾ ਨੁਮਾਇੰਦਾ ਦੇ ਗਏ ਅਸੀਂ ਤਾਂ ਆਪਣੇ ਨੁਮਾਇੰਦੇ ਦੇ ਘਰੇ ਗਏ ਸੀ ਮੁੱਖ ਮੰਤਰੀ ਸਾਡਾ ਨੁਮਾਇੰਦਾ ਪੰਜਾਬ ਦਾ ਪ੍ਰਮੁੱਖ ਆ ਉਹ ਇਹ ਸਾਡਾ ਪੀਸਫੁਲ ਪ੍ਰੋਟੈਸਟ ਜਿਹੜਾ ਕਿ ਹਿੰਸਕ ਨਹੀਂ ਤੁਸੀਂ ਮੀਡੀਆ ਨੇ ਕਵਰ ਕੀਤਾ ਸਾਰਾ ਉਹ ਬਿਲਕੁਲ ਸ਼ਾਂਤਮਈ ਆ ਉਹ ਪੀਸਫੁਲ ਆ ਤੁਸੀਂ ਪੀਸਫੁਲ ਜਾਂਦੇ ਸਾਥੀਆਂ ਦੇ ਉੱਤੇ ਅੰਨਾ ਤਸ਼ੱਦਦ ਕਰਦੇ ਹੋ ਮੈਂ ਸਮਝਦਾ ਹਾਂ ਜਿਵੇਂ ਸੋਨਾ ਕੋਠਾਲੀ 'ਚ ਪਾ ਕੇ ਉਹਦੀ ਪਿਓਰਿਟੀ ਕੱਢੀ ਜਾਂਦੀ ਆ 24 ਕੈਰਟ ਅਸੀਂ ਉਸ ਤਸ਼ੱਦਦ ਤੋਂ ਬਾਅਦ ਆਪਣੇ ਇਰਾਦੇ ਤੋਂ ਹੋਰ ਮਜ਼ਬੂਤ ਹੋ ਕੇ ਨਿਕਲੇ करो खासा जी 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 ਬਹੁਤ ਚੰਗੀ ਗੱਲ ਕਿ ਤੁਸੀਂ ਇਰਾਦੇ ਦੇ ਮਜ਼ਬੂਤ ਹੋ ਕੇ ਨਿਕਲੇ ਤੁਹਾਡੇ ਵਿੱਚ ਹੋਰ ਨਿਖਾਰ ਆਇਆ ਤੁਹਾਡੇ ਸਾਥੀਆਂ ਲੋਕ ਜੁੜਦੇ ਜਾ ਰਹੇ ਨੇ ਤੁਹਾਡੇ ਦੇ ਨਾਲ ਇਸ ਸੰਘਰਸ਼ ਦੇ ਵਿੱਚ ਇਹ ਯਾਤਰਾ ਦੀ ਜਿਹੜੀ ਸਮਾਪਤੀ ਕਿੱਥੇ ਹੈਗੀ ਆ ਅਸੀਂ 23 ਤਰੀਕ ਜਿਹੜਾ ਖੇਤੀ ਸੁਧਾਰ ਬਿੱਲ ਉਹ ਪਾਰਲੀਮੈਂਟ ਦਾ ਘਰਾਓ ਕਰਨ ਤੋਂ ਬਾਅਦ ਜਿੰਨੀ ਦੇਰ ਤੱਕ ਖੇਤੀ ਸੁਧਾਰ ਆਰਡੀਨੈਂਸ ਅੰਦੋਲਨ ਆ ਅਸੀਂ ਹਰ ਕਿਸਾਨ ਜਥੇਬੰਦੀ ਚਾਹੇ ਉਹ ਰੇਲਾਂ ਰੋਕੇ ਉਹ ਰਸਤੇ ਰੋਕੇ ਜਿਹੜਾ ਵੀ ਪ੍ਰੋਗਰਾਮ ਹੋ ਬੰਦ ਦਾ ਪ੍ਰੋਗਰਾਮ ਹੈ ਅਸੀਂ ਸਪੋਰਟ ਕਰਾਂਗੇ ਐਂਡ ਦੂਸਰੇ ਪੜਾਅ ਦਾ ਐਲਾਨ ਜਿੰਨੀ ਦੇਰ ਤੱਕ ਧਰਮ ਸੋਧ ਬਰਖਾਸਤ ਨਹੀਂ ਹੁੰਦਾ ਸਾਡੀ ਇਹ ਯਾਤਰਾ ਪੜਾਅ ਦਰ ਪੜਾਅ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਤੱਕ ਦਲਿਤ ਸਮਾਜ ਨੂੰ ਇਕਜੁੱਟ ਕਰਨ ਲਈ ਚੱਲਦੀ ਰਹੇਗੀ ਨਾਮ ਸਾਧ
ਹੋ ਜੀ ਮਾੜਾ ਜਿਹਾ ਇਧਰ ਆ ਜਾਓ ਭਾਈ ਇੱਧਰ ਨਾਲ ਖੜੋ ਇੱਥੇ ਨਾਲ ਖੜੋ ਭਾਈ ਨਾਲ ਖੜੋ ਇਲੈਕਸ਼ਨ ਸੀਗੀ ਸਿੱਧੇ ਹੋ ਜੀ ਮਾੜਾ ਜਿਹਾ ਇਧਰ ਆ ਜਾਓ ਭਾਈ ਇੱਧਰ ਨਾਲ ਖੜੋ ਇੱਥੇ ਨਾਲ ਖੜੋ ਭਾਈ ਨਾਲ ਖੜੋ ਆਓ ਭੈਣੇ ਤੁਸੀਂ ਆਓ ਸਾਰੇ ਆਪਾਂ ਪਿੱਛੇ ਹੋ ਜਾਓ Thank you.
ਬਾਬਾ ਸਾਹਿਬ ਭੀਮ ਰਾਓ ਡਾਕਟਰ ਅੰਬੇਡਕਰ ਨੂੰ ਸਾਰੇ ਫੋਲੋ ਕਰਦੇ ਨੇ, ਲੋਕ ਕਹਿੰਦੇ ਨੇ ਕਿ ਅਸੀਂ ਉਹਨਾਂ ਦੇ ਨਿਆਈ ਹੈਗੇ ਨੇ, ਪਰ ਜਿਹੜਾ ਸੰਵਿਧਾਨ ਹੈਗਾ ਦੇਸ਼ ਦੇ ਅੰਦਰ 73 ਸਾਲ ਦੀ ਆਜ਼ਾਦੀ ਤੋਂ ਬਾਅਦ ਵੀ ਪੂਰਨ ਤੌਰ ਤੇ ਲਾਗੂ ਨਾ ਹੋਣਾ, ਜਿਵੇਂ ਤੁਹਾਡੇ ਤੇ ਪ੍ਰੋਟੈਸਟ ਕਰਦੇ ਆ ਤੇ ਤੁਹਾਡੇ ਤੇ ਡਾਂਗ ਵਰਾਈ ਜਾਂ ਜਿਸ ਕਾਨੂੰਨ ਦੇ ਤਹਿਤ ਤੁਸੀਂ ਉਹਨੂੰ ਅਰੈਸਟ ਕਰਾਉਣਾ ਚਾਹੁੰਦੇ ਜਾਂ ਉਹਨੂੰ ਬਰਖਾਸਤ ਕਰਾਉਣਾ ਚਾਹੁੰਦੇ ਜਾਂ ਉਹਨੂੰ ਮਾਤਰੀ ਪਦ ਤੋਂ ਲਾਹੁਣਾ ਚਾਹੁੰਦੇ ਹੋ, ਅੱਜ ਤੱਕ ਵੀ ਸੰਵਿਧਾਨ ਲਾਗੂ ਨਹੀਂ ਹੋਇਆ। ਲੋਕਾਂ ਲਈ ਕੀ ਕਹਿਣਾ ਚਾਹੋਗੇ? ਲੋਕ ਸੰਵਿਧਾਨ ਨੂੰ ਸਟੱਡੀ ਕਰਨਾ ਚਾਹੀਦਾ। ਸੋ ਅੱਜ ਜਿਹੜਾ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਸਾਨੂੰ ਕਨਸਟੀਟਿਊਸ਼ਨ ਦੇ ਕੇ ਗਏ, 135 ਕਰੋੜ ਦੇਸ਼ ਵਾਸੀ ਬਹੁਤ ਵੱਡੇ ਰਾਸ਼ਟਰ ਨੂੰ ਉਹ ਇੱਕ ਬੜੀ ਆਪਣੀ ਬੁੱਧੀਮਾਨਤਾ ਦੇ ਨਾਲ ਇੱਕ ਪਵਿੱਤਰ ਗ੍ਰੰਥ ਦੇ ਕੇ ਗਏ ਆ, ਤੁਸੀਂ ਉਸ ਗ੍ਰੰਥ ਨਾਲ ਛੇੜਛਾੜ ਕਰੋ। ਅੱਜ ਖੇਤੀ ਸੁਧਾਰ ਆਰਡੀਨੈਂਸਾਂ ਦੀ ਗੱਲ ਕਰ ਲਈ ਆ, ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਸੰਵਿਧਾਨ ਦੇ ਅੰਦਰ 7ਵਾਂ ਸ਼ਡਿਊਲ 14ਵੀਂ ਐਂਟਰੀ ਖੇਤੀਬਾੜੀ ਉਪਜਾ ਮੰਡੀਕਰਨ 26ਵੀਂ ਐਂਟਰੀ, ਇਹ ਰਾਜਾਂ ਦਾ ਅਧਿਕਾਰ ਆ। ਉਹ ਸਾਨੂੰ ਸੰਵਿਧਾਨ ਦੇ ਕੇ ਗਿਆ ਕਿ ਸਾਡਾ ਫੈਡਰਲਿਜ਼ਮ, ਸਾਡਾ ਸੰਘੀ ਢਾਂਚਾ ਮੁਲਕ ਉਹ ਕਿਵੇਂ ਮਜ਼ਬੂਤ ਰਵੇ। ਉਹ ਕੇਂਦਰ ਤੇ ਰਾਜਾਂ ਦੀਆਂ ਸ਼ਕਤੀਆਂ ਦੀ ਵੰਡ ਕਰਕੇ ਗਏ ਆ ਸੰਵਿਧਾਨ ਦੇ ਅੰਦਰ। ਅੱਜ ਅਫਸੋਸ ਆ ਕਿ ਮੋਦੀ ਡਿਕਟੇਟਰ ਬਣ ਕੇ ਸੰਵਿਧਾਨ ਦੇ ਨਾਲ ਛੇੜਛਾੜ ਕਰ ਰਿਹਾ ਤੇ ਹੱਥ ਠੋਕਾ ਬਣੇ ਮੋਦੀ ਦੇ ਪੰਜਾਬ ਦੇ ਅੰਦਰ ਬਾਦਲ। ਕਿਸਾਨ ਅੰਦੋਲਨ ਅੱਜ ਤੋਂ 5-4 ਦਿਨ ਪਹਿਲਾਂ ਵੱਡੇ ਬਾਦਲ, ਛੋਟੇ ਬਾਦਲ, ਬੀਬਾ ਬਾਦਲ ਉਹ ਵੀਡੀਓ ਦੇ ਉੱਤੇ ਲੋਕਾਂ ਨੂੰ ਕਹਿ ਰਿਹਾ ਵੀ ਗੁੰਮਰਾਹ ਨਾ ਹੋਵੋ, ਖੇਤੀ ਸੁਧਾਰ ਆਰਡੀਨੈਂਸ ਬਿਲਕੁਲ ਸਹੀ ਹੈ। ਤੇ ਅੱਜ ਕਿਸਾਨ ਜਦੋਂ ਸਾਰੇ ਸੜਕਾਂ ਤੇ ਪੰਜਾਬ ਆ ਗਿਆ, ਅੱਜ ਕਿਸਾਨ ਅੰਦੋਲਨ ਪੰਜਾਬੀਆਂ ਦੇ ਅੰਦੋਲਨ ਨੇ ਅੱਜ ਬਾਦਲਾਂ ਨੂੰ ਥੁੱਕ ਕੇ ਚੱਟਣ ਲਈ ਮਜਬੂਰ ਕਰ ਦਿੱਤਾ। ਜਦ ਕਿ ਰਾਜਾਂ ਦੇ ਵੱਧ ਅਧਿਕਾਰਾਂ ਦਾ ਲੰਬੜਦਾਰ ਦੇਸ਼ ਦੇ ਅੰਦਰ ਹਮੇਸ਼ਾ ਅਕਾਲੀ ਦਲ ਰਿਹਾ। ਦੇਸ਼ ਦੇ ਅੰਦਰ ਇੱਕੋ ਹੀ ਪਾਰਟੀ ਹੈ ਜਿਹੜੀ ਵੱਧ ਅਧਿਕਾਰਾਂ ਦੀ ਰਾਖੀ ਵਾਸਤੇ ਡਾਕਟਰ ਭੀਮ ਰਾਓ ਸਾਹਿਬ ਦੇ ਬਣਾਏ ਸੰਵਿਧਾਨ ਦੀ ਰਾਖੀ ਵਾਸਤੇ ਮੋਹਰਲੀ ਕਤਾਰ 'ਚ ਖੜਦੀ ਸੀ। ਅੱਜ ਪ੍ਰਾਈਵੇਟ ਲਿਮਟਿਡ ਮਾਫੀਆ ਕੰਪਨੀ ਅਕਾਲੀ ਦਲ ਦੇ ਉੱਤੇ ਕਾਬਜ ਆ, ਆਪਣਾ ਚਮੜਾ ਬਚਾਉਣ ਵਾਸਤੇ ਉਹ ਮੋਦੀ ਦੇ ਤੋਤੇ ਬਣ ਗਏ। ਸੋ ਅੱਜ ਲੋਕਾਂ ਨੂੰ ਜ਼ਰੂਰਤ ਹੈ, ਕਨਸਟੀਟਿਊਸ਼ਨ ਬੜੀ ਪਵਿੱਤਰ ਗ੍ਰੰਥ, ਪਵਿੱਤਰ ਕਿਤਾਬ ਹੈਗੀ ਆ, ਉਹਨੂੰ ਸਟੱਡੀ ਕਰੋ। ਲੋਕਤੰਤਰ, ਡੈਮੋਕ੍ਰੇਸੀ ਲੋਕਾਂ ਤੋਂ ਉੱਤੇ ਮੋਦੀ ਜਾਂ ਕੈਪਟਨ ਨਹੀਂ, ਲੋਕ ਸੁਪਰੀਮ ਆ। ਤੁਸੀਂ ਜਾਗਰੂਕ ਹੋ ਗਏ ਨਾ, ਤੁਸੀਂ ਕਨਸਟੀਟਿਊਸ਼ਨ ਪੜ੍ਹ ਲਿਆ, ਤੁਹਾਡੇ ਅੰਦਰ ਇੱਕ ਜਾਗਰੂਕਤਾ, ਉਹ ਜਾਗਰੂਕਤਾ ਦੇਸ਼ ਤੇ ਪੰਜਾਬ ਦੇ ਭਲੇ ਲਈ ਕੰਮ ਆਏਗੀ। ਕਾਫਲਾ ਵੱਡਾ ਕਰਕੇ ਇੱਕ ਇਤਿਹਾਸ ਸਿਰਜੀਏ। ਦੋਸਤੋ, ਅੱਜ ਦਲਿਤ ਵਿਦਿਆਰਥੀ ਬਚਾਓ ਯਾਤਰਾ ਦਾ ਚੌਥੇ ਦਿਨ ਦੇ ਵਿੱਚ ਸ਼ਾਮਲ ਹੋ ਚੁੱਕੀ ਆ। ਬਹੁਤ ਹੀ ਸਤਿਕਾਰਯੋਗ ਭੈਣੋ ਤੇ ਭਰਾਓ, ਆਦਰ ਤੇ ਸਤਿਕਾਰ ਸਹਿਤ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸਰਦਾਰ ਸਰੂਪ ਸਿੰਘ ਜੀ ਕੜਿਆ ਬਹੁਤ ਬਹੁਤ ਸਵਾਗਤ ਹੈ ਜੀ।
2022 ਦੇ ਲਈ ਕੀ ਪ੍ਰੇਰਿਤ ਕਰਨਾ ਚਾਹੋਗੇ ਲੋਕਾਂ ਨੂੰ ਜਿਵੇਂ ਵਿਧਾਨ ਸਭਾ ਦੀ ਇਲੈਕਸ਼ਨ ਦੌਰਾਨ? ਮਰ ਬੇਨਤੀ ਲੋਕਾਂ ਨੂੰ ਵੀ ਤੁਸੀਂ 73 ਸਾਲ ਆਜ਼ਾਦੀ ਦੇ ਕਾਂਗਰਸ ਤੇ ਅਕਾਲੀਆਂ ਦਾ ਸਵਾਦ ਦੇਖ ਲਿਆ, ਬਾਰੀ ਬਣ ਕੇ ਤੁਸੀਂ ਸਰਕਾਰਾਂ ਦਿੱਤੀਆਂ, ਇੱਕ ਮੌਕਾ ਸਾਨੂੰ ਦਿਓ, ਇੱਕ ਮੌਕਾ ਲੋਕ ਇਨਸਾਫ ਪਾਰਟੀ ਨੂੰ ਦੇ ਕੇ ਦੇਖੋ। ਅਸੀਂ ਇਸ ਗੱਲ ਦਾ ਤੁਹਾਡੇ ਨਾਲ ਵਾਅਦਾ ਕਰਦੇ ਹਾਂ, ਅਸੀਂ ਅਖਬਾਰੀ ਲੀਡਰ ਨਹੀਂ ਹੈਗੇ, ਅਸੀਂ ਜ਼ਮੀਨੀ ਹਕੀਕਤ ਵਾਲੇ ਲੀਡਰ ਹਾਂ। ਮੈਂ ਪਿਛਲੇ 18 ਸਾਲ ਤੋਂ ਇਸ ਸਿਸਟਮ ਦੇ ਅੰਦਰ ਹੈ, ਇਸ ਸਿਸਟਮ ਦੀਆਂ ਕਮਜ਼ੋਰੀਆਂ ਨੂੰ ਸਮਝਦਾ ਤੇ ਉਹਨਾਂ ਕਮਜ਼ੋਰੀਆਂ ਨੂੰ ਦੂਰ ਕਰਨ ਦਾ ਮੇਰੇ ਕੋਲੇ ਤਜਰਬਾ ਵੀ ਹੈਗਾ। ਤੁਸੀਂ ਇੱਕ ਵਾਰੀ ਲੋਕ ਇਨਸਾਫ ਪਾਰਟੀ ਦੀ ਸਰਕਾਰ ਬਣਾਓ, ਕੀ ਮਜਾਲ ਰੇਤਾ ਬਜਰੀ ਚੋਰੀ ਹੋ ਜਵੇ, ਵਜੀਫਾ ਕਪੜਾ ਹੋ ਜਵੇ, ਪੰਜਾਬ ਦੇ ਅੰਦਰ ਨਸ਼ਾ ਮਾਫੀਆ, ਟਰਾਂਸਪੋਰਟ ਮਾਫੀਆ, ਇਹ ਓਵਰਨਾਈਟ, ਇਹ ਰਾਤੋਂ ਰਾਤ ਖਤਮ ਕਰਨ ਵਾਲੇ ਕੰਮ ਆ ਸਰਕਾਰ ਦੇ। ਬਟ ਬਸ਼ਰਤੇ ਕਿ ਸਰਕਾਰ ਦਾ ਮੁੱਖ ਮੰਤਰੀ ਖੁਦ ਇਮਾਨਦਾਰ ਤੇ ਦ੍ਰਿਸ਼ਯ ਸ਼ਕਤੀ ਹੋਵੇ। ਇਹ ਆਪਣੇ ਆਪ ਸਰਕਾਰੀ ਦਫ਼ਤਰਾਂ 'ਚ ਬੈਠੀ ਸਰਕਾਰੀ ਮੁਲਾਜ਼ਮਤ ਤੇ ਅਫਸਰਸ਼ਾਹੀ ਸਿੱਧੇ ਰਸਤੇ ਆਉਂਦੀ ਵੀ ਹੁਣ ਤਨਖਾਹ ਤੇ ਗੁਜ਼ਾਰਾ ਕਰਨਾ। ਅੱਜ ਬੇਲਗਾਮੀਆਂ 73 ਸਾਲ ਉਹਨਾਂ ਦੀ ਮਾਨਸਿਕਤਾ ਐਡੀ ਹੰਕਾਰੀ ਹੋ ਗਈ, ਉਹ ਕਹਿੰਦੇ ਲੋਕਾਂ ਦੀ ਮਜਬੂਰੀ ਹੈ, ਇੱਕ ਵਾਰੀ ਇਹਨਾਂ ਨੂੰ ਇੱਕ ਵਾਰੀ ਸਾਨੂੰ। ਸੋ ਲੋਕਾਂ ਨੂੰ ਅੱਜ ਬਦਲਾਅ ਲਿਆਉਣ ਦੀ ਜ਼ਰੂਰਤ ਹੈ, ਇੱਕ ਵਾਰੀ ਬਦਲਾਅ ਲੈ ਕੇ ਆਓ। ਤੁਹਾਨੂੰ ਸਾਡਾ ਕੰਮ ਨਾ ਠੀਕ ਲੱਗਿਆ, ਅਸੀਂ ਦੁਬਾਰਾ ਤੁਹਾਡੇ ਕੋਲ ਵੋਟ ਮੰਗਣ ਨਹੀਂ ਆਵਾਂ। ਸੋ ਮੇਰੀ ਇਹ ਅਪੀਲ ਆ, ਇੱਕ ਮੌਕਾ ਲੋਕ ਇਨਸਾਫ ਪਾਰਟੀ ਨੂੰ ਦੇ ਕੇ ਦੇਖੋ। ਹਿੰਦੀ ਦੀ ਇੱਕ ਫਿਲਮ ਆਈ ਸੀ ਨਾਇਕ, ਉਹ ਤਾਂ ਸੀਗੀ ਫਿਲਮ ਦੇ ਵਿੱਚ ਸਰਕਾਰ ਚੱਲਦੀ, ਤੇ ਮੈਂ ਵਾਅਦਾ ਕਰਦਾ ਸੀ ਪੰਜਾਬ ਦੇ ਵਿੱਚ ਉੱਦਾਂ ਦੀ ਸਰਕਾਰ ਸੱਚੇ ਰੂਪ 'ਚ ਚਲਾ ਕੇ ਦਿਖਾ ਦਿਆਂਗੇ, ਉਦੋਂ ਵੀ ਬਿਹਤਰ ਸਰਕਾਰ ਚਲਾ ਕੇ ਦਿਖਾ ਦਿਆਂਗੇ। ਕਿਉਂਕਿ ਰਾਜਨੀਤੀ ਸਾਡਾ ਪੇਸ਼ਾ ਨਹੀਂ, ਸਾਡੇ ਲਈ ਇੱਕ ਦੇਸ਼ ਭਗਤੀ ਹੈ, ਲੋਕਾਂ ਦੀ ਸੇਵਾ ਦਾ ਜਨੂਨ ਆ। ਕਰਪਸ਼ਨ ਦੇ ਖਿਲਾਫ, ਲੂਟ ਮਾਫੀਆ ਦੇ ਖਿਲਾਫ ਸੰਘਰਸ਼ ਦਾ ਨਾਮ ਲੋਕ ਇਨਸਾਫ ਪਾਰਟੀ ਵਾਸਤੇ ਰਾਜਨੀਤੀ। ਸਾਹਿਬ ਜਾਣਾ ਵਾ ਜੀ। ਲੋਕ ਇਨਸਾਫ ਪਾਰਟੀ ਜ਼ਿੰਦਾਬਾਦ, ਲੋਕ ਇਨਸਾਫ ਪਾਰਟੀ ਜ਼ਿੰਦਾਬਾਦ। ਅਸੀਂ ਬਚਾਓ ਯਾਤਰਾ ਦਾ ਜਿਹੜਾ ਪੜਾਅ ਕੀਤਾ ਜਾ ਰਿਹਾ, ਇਸ ਪੜਾਅ ਦੇ ਵਿੱਚ ਪ੍ਰੋਗਰਾਮ ਦਾ ਹਿੱਸਾ ਬਣੇ ਸਤਿਕਾਰਯੋਗ ਵੀਰੋ, ਆਓ ਆਪਾਂ ਦਾ ਨਾਮ ਲੈ ਕੇ ਫਤਿਹ ਲਾ ਲਈਏ। ਸਾਰੇ ਜਣੇ ਕੋਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰੇ ਗੁਰਬਾਣੀ ਦੇ ਜਿਹੜਾ ਕਾਫੀ ਆਜਾ ਸੁਣ ਰਹੇ ਹੋ, ਕਾਫੀ ਲਾਇਕ ਹੋਏ। ਜਿਹੜਾ ਪਿਛਲੀ ਤੋਂ ਪਿਛਲੀ ਮੀਟਿੰਗ ਦੇ ਵਿੱਚ ਮੈਂ ਗੱਲ ਕਹੀ ਸੀ ਕਿ ਹਰ ਲੋਕ ਆਪਣੀ ਅੜੀ ਰਹੋਗੇ, ਜਿੰਨਾ ਤੁਸੀਂ ਦੂਰ ਲਈ ਰਹਿਣਾ ਉਹਨਾਂ ਕਾਰਲੈਸ ਮੈਚ ਦੀ ਜਿਹੜੀ ਰੇਂਜ ਆ ਉਹ ਘਟੀ ਜਾਏਗੀ। ਮੈਂ ਬੰਦਾ ਆਪਣੀ ਅਸਲ ਔਕਾਤ ਦਿਖਾਉਂਦਾ, ਜਦੋਂ ਇਨਸਾਨ ਨੂੰ ਨਸ਼ਾ ਕਰਦਾ ਉਹਦੇ ਅੰਦਰਲਾ ਜਾਣਦਾ ਕਿ ਮੈਂ ਕਿੰਨੀਆਂ ਗੰਦੀਆਂ ਗਾਲਾਂ ਕਰ ਸਕਦਾ। ਤੇ ਜਦੋਂ ਦੁਸ਼ਮਣ ਦੇਸ਼ ਦੀ ਫੌਜ ਦਾ ਸਾਹਮਣਾ ਕਰਦੇ ਨਾ, ਮੁਕਾਬਲਾ ਕਰਦੇ, ਫਿਰ ਫਤਿਹ ਦੇ ਜਕਾਰੇ ਹੁੰਦੇ। ਦੁਬਾਰਾ ਫਤਿਹ ਦੀ ਸਾਂਝ ਕਰਦਾ, ਕੋਈ ਰਸਨਾਬਾਜ਼ੀ ਨਾ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣੇ ਨੌਜਵਾਨ ਸਾਥੀ ਜਿਨ੍ਹਾਂ ਦੇ ਨਾਮ ਕੀ ਸਰਦਾਰ ਸਰਬਜੀਤ ਸਿੰਘ ਜੀ ਦਾ ਨਾਮ ਸਾਰੇ ਦੀ ਲਿਸਟ ਪੜ੍ਹ ਦੇਣ ਲੱਗਿਆ। ਸਾਰੇ ਭਰਾ ਕਿਰਪਾ ਕਰਕੇ ਆ ਜਾਣ। ਸਤਵਿੰਦਰ ਸਿੰਘ ਜੀ ਢਿੱਲੋਂ, ਸਰਬਜੀਤ ਸਿੰਘ ਜੀ ਪੰਚ, ਸਰਦਾਰ ਪ੍ਰਦੀਪ ਸਿੰਘ ਜੀ, ਭਾਜੀ ਸਰਬਜੀਤ ਸਿੰਘ ਜੀ, ਸਰਦਾਰ ਬਹਾਦਰ ਸਿੰਘ ਜੀ। ਸਰਦਾਰ ਬਹਾਦਰ ਸਿੰਘ ਜੀ ਦਲ ਕਾਸ਼ਾ ਦੇ ਵੱਲੋਂ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਨੇ, ਉਹਨਾਂ ਦੀ ਬੇਟੀ ਹੈ ਸਰਦਾਰ ਜਸਵੀਰ ਸਿੰਘ ਜੀ, ਭਾਜੀ ਲਖਬੀਰ ਸਿੰਘ ਜੀ ਲੱਖਾ, ਸਤਵਿੰਦਰ ਸਿੰਘ ਜੀ ਬਬਲੂ, ਗੁਰਜੀਤ ਸਿੰਘ ਜੀ ਗੁਰੀ ਭਾਜੀ, ਸਰਦਾਰ ਬਰਿੰਦਰ ਸਿੰਘ ਜੀ, ਸਰਦਾਰ ਲਖਵਿੰਦਰ ਸਿੰਘ ਜੀ, ਸਰਦਾਰ ਅਜੀਤ ਸਿੰਘ ਜੀ ਜੋ ਗੁਰੂ ਘਰ ਹਨ ਜੰਤੀ ਸਾਹਿਬਾਨ ਨੇ, ਕਰਮਪ੍ਰੀਤ ਸਿੰਘ ਜੀ, ਸਰਦਾਰ ਗੁਰਦੇਵ ਸਿੰਘ ਜੀ ਸੋਹੋਤਾ,
सरदार मुखजीत सिंह जी सुखजीत सिंह जी सहोता, अमनदीप कुमार जी मसूरपुर तो, वरिंदर सिंह जी कुमरसा, गोपी सिंह जी, हरप्रीत सिंह जी, लकी मानक, राहुल मानक, राहुल भाजी, राजेंद्र सिंह जी, कुलवंत सिंह जी खंगूड़ा, ਤੇ ਨਾਲ ਸਨੀ ਭਾਜੀ, ਬਿੱਲਾ ਭਾਜੀ, ਲਾਭ ਭਾਜੀ, ਰਾਜਨ ਭਾਜੀ, ਨੰਦੂ ਭਾਜੀ, ਉਹਦੇ ਜੀ ਆਪਕੋ ਲਗਾ ਹੋਤਾ ਨੰਦੂ ਭਾਜੀ ਉਹਨਾਂ ਨੂੰ ਬੇਨਤੀ ਹੈ ਕਿ ਉਹ ਆ ਜਾਣ। ਹਰਪ੍ਰੀਤ ਸਿੰਘ ਜੀ ਬੈਂਸ ਸਾਹਿਬ ਉਹ ਵੀ ਆ ਜਾਣ ਤੇ ਜਿਨ੍ਹਾਂ ਨੂੰ ਜੀ ਬੁਰਾ ਭਾਜੀ ਵੀ ਆ ਜਾਣ। ਅਤੇ ਇਸੇ ਪ੍ਰੋਗਰਾਮ ਦੇ ਵਿੱਚ ਸਾਡੇ ਪੱਤਰਕਾਰ ਨਿਰਮਲ ਗੋਲਾ ਜੀ ਜਿਹੜੇ ਕਿ ਅੱਜ ਦੇ ਸਾਰੇ ਪ੍ਰੋਗਰਾਮ ਨੂੰ ਉਹਨਾਂ ਨੇ वीडियो बनाई है, सारे प्रोग्राम की उन्होंने तौहीन की है। निर्मल गुड़ा जी वो भी आ जान। एक साढ़े ऑटो यूनियन के प्रधान नीला रामा को बेनती करूँगा कि वो भी आके अपना श्रोता लाइन की पालना करें। जिन्होंने श्रोते मिले ने जाओ ना अपना गोली फोटो कराएंगे। तो ले ली यार बाबा जी इधर बाबा जी ਆਖਰ ਤੇ ਇੱਕ ਜਿਸ ਨੌਜਵਾਨ ਪੀੜ੍ਹੀ ਤੇ ਜਿਸ ਨੌਜਵਾਨ ਪੀੜ੍ਹੀ ਦੇ ਭਵਿੱਖ ਦੇ ਵਾਸਤੇ ਵੀ ਤੁਸੀਂ ਯਾਤਰਾ ਲੈ ਕੇ ਤੁਰੇ ਹੋ, ਚਿੰਤਾ ਕਰਦੇ ਹੋ, ਉਹ ਨੌਜਵਾਨ ਪੀੜ੍ਹੀ ਜਿਹੜੀ ਹੈ ਉਹਨੂੰ ਕੁਝ ਤਾਂ ਸਮੇਂ ਦੀਆਂ ਸਰਕਾਰਾਂ ਨੇ ਨਸ਼ਿਆਂ ਤੇ ਲਾਤਾ, ਗੁੰਮਰਾਹ ਕਰਤਾ ਤਾਂ ਆਪਣੇ ਮਗਰ ਲਾ ਲਿਆ। ਉਹ ਨੌਜਵਾਨ ਪੀੜ੍ਹੀ ਪੜ੍ਹ ਲਿਖ ਕੇ ਇੱਥੋਂ ਦੁਖੀ ਹੋ ਕੇ ਵਿਦੇਸ਼ਾਂ ਵੱਲ ਜਾ ਰਹੀ ਹੈ, ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਸੋ ਸਰਕਾਰਾਂ ਦੀ ਰਿਪਲੇਸਮੈਂਟ ਜਿਹੜੀ ਹੈ ਬੜੀ ਜ਼ਰੂਰੀ ਹੈ। ਤੰਤਰ ਤੇ ਪ੍ਰਸ਼ਾਸਨ ਤੇ ਸ਼ਾਸਨ ਇੱਕ ਸਿੱਕੇ ਦੇ ਦੋ ਪਹਿਲੂ ਆ, ਪਰ ਜਦੋਂ ਸੰਗਠਨ ਬਣਾ ਲੈਂਦੇ ਆ ਫਿਰ ਲੁੱਟਤੰਤਰ ਦੇ ਵਿੱਚ ਤਬਦੀਲ ਹੋ ਜਾਂਦਾ। ਸਾਡੇ ਕੋਲੇ ਐਡਾ ਵੱਡਾ ਖਜ਼ਾਨਾ ਜਿਹਦੇ ਵਾਸਤੇ ਲੋਕ ਇਨਸਾਫ ਪਾਰਟੀ ਦੇ ਐਮਐਲਏ ਨੇ ਕੁੱਟ ਖਾਧੀ ਵਿਧਾਨ ਸਭਾ ਦੇ ਅੰਦਰ, ਪਾਣੀ ਦੀ ਕੀਮਤ ਦਾ ਬਿੱਲ ਪਾਸ ਕਰਵਾਇਆ। ਜੇ ਪਾਣੀ ਦੀ ਸਾਨੂੰ ਕੀਮਤ ਮਿਲ ਜਾਂਦੀ ਆ ਜਿਹੜੀ ਕਿ 16 ਲੱਖ ਕਰੋੜ ਤੋਂ ਵੱਧ ਇਕੱਲੇ ਰਾਜਸਥਾਨ ਵੱਲ ਆ, ਦਿੱਲੀ ਤੇ ਹਰਿਆਣਾ ਅਲੱਗ ਆ, ਸਾਡੇ ਉੱਤੇ ਕੋਈ ਕਰਜ਼ਾ ਨਹੀਂ ਰਹੇਗਾ। ਜਿਹੜੇ ਬੱਚੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਜਾ ਰਹੇ ਆ ਉਹਨਾਂ ਨੂੰ ਆਸਟ੍ਰੇਲੀਆ ਕੈਨੇਡਾ ਅਮਰੀਕਾ ਜਾਣ ਦੀ ਲੋੜ ਨਹੀਂ। ਕੈਨੇਡਾ ਤੇ ਅਮਰੀਕਾ ਦੇ ਨੌਜਵਾਨ ਪੰਜਾਬ 'ਚ ਆਇਆ ਕਰਨਗੇ। ਸਾਨੂੰ ਕੁਦਰਤ ਨੇ ਐਡੀ ਅਮੀਰੀ ਦਿੱਤੀ ਹੈ। ਤਾਂ ਇਹ ਬੇਈਮਾਨ ਚੌਧਰੀ ਜਿਨ੍ਹਾਂ ਨੂੰ ਵਾਰ-ਵਾਰ ਗਵਰਨਮੈਂਟ ਦਿੱਤੀਆਂ ਲੋਕਾਂ ਨੇ, ਉਹਨਾਂ ਨੇ ਪੰਜਾਬ ਆਪਣੀ ਤਿਜੋਰੀ ਭਰਨ ਲਈ ਵਰਤਿਆ। ਉਹਨਾਂ ਨੇ ਸਰਕਾਰਾਂ ਦੀਆਂ ਪਾਲਿਸੀਆਂ ਆਪਣਾ ਘਰ ਕੋਠਾ ਭਰਨ ਲਈ ਬਣਾਈਆਂ ਨੇ। ਸੋ ਮੇਰੀ ਫੇਰ ਨੌਜਵਾਨ ਯੂਥ ਨੂੰ ਅਪੀਲ ਆ, ਰੈਵੋਲੂਸ਼ਨਰੀਆਂ ਦੋਸਤ ਤੁਸੀਂ ਸਾਰੇ ਰੈਵੋਲੂਸ਼ਨ ਲਿਆਓ। ਹੁਣ ਤੁਹਾਨੂੰ ਕਿਸੇ ਅਖਬਾਰ ਦੀ ਜ਼ਰੂਰਤ ਨਹੀਂ, ਤੁਹਾਡੀ ਜੇਬ ਦੇ ਵਿੱਚ ਪੂਰਾ ਸੰਸਾਰ ਆ। ਹੁਣ ਤਾਂ ਤੁਹਾਡੀ ਮੁੱਠੀ ਦੇ ਅੰਦਰ ਪੂਰੇ ਸੰਸਾਰ ਦੀ ਭਾਰਤੀ ਕਮਿਊਨਿਟੀ ਹੈਗੀ ਆ। ਤੁਸੀਂ ਆਪਣੀ ਗੱਲ ਪ੍ਰਚਾਰ ਕਰੋ ਵੀ ਇੱਕ ਵਾਰੀ ਯਾਰ ਇਹਨਾਂ ਨੂੰ 18 ਸਾਲ ਹੋ ਗਏ ਸਟਰਗਲ ਕਰਦਿਆਂ ਨੂੰ। ਜੇ ਅਸੀਂ ਕਿਤੇ ਵਿਕਣਾ ਹੁੰਦਾ, ਕੋਈ ਬੇਈਮਾਨੀ ਕਰਨੀ ਹੁੰਦੀ, ਕਾਬਲ ਦੇ ਜੰਮਿਆਂ ਨੂੰ ਨਿਤ ਮਹਿਮਾ ਵਾਰਿਸ ਸ਼ਾਹ ਨਾਲ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆਂ 'ਚ। ਇੱਕ ਵਾਰੀ ਲੋਕ ਇਨਸਾਫ ਪਾਰਟੀ ਦੇ ਟਰਸਟ ਕਰੋ। ਅਸੀਂ ਪੰਜਾਬ ਦੇ ਅੰਦਰੋਂ ਲੂਟ ਮਾਫੀਆ
ਤੇ ਕਰਪਸ਼ਨ ਸਮਾਪਤ ਕਰ ਦਿਆਂਗੇ। ਮੈਂ ਤੁਹਾਡੇ ਕੋਲ ਇੱਥੇ ਨਾਮ ਨੇ ਇਸ ਵੇਲੇ ਮੇਰੇ ਚੋਟ ਲਾਈ ਹੈ ਤੇ ਸਿਸਟਮ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਨਮਸਕਾਰ। ਦੇਸ਼ ਦੇ ਅੰਦਰ ਤੋਂ ਪਰੇ ਆ ਜੇ ਆਪਾਂ ਸੁਣ ਕਰ ਵੀ ਜਾਂਦਾ ਤੇ ਲੋਕ ਡਿਗਰੀ ਦੇ ਉੱਤੇ ਉਹ ਖਰਚਾ ਵੀ ਪੂਰਾ ਨਹੀਂ ਕਰਦਾ। ਮਾਪੇ ਵੀ ਸੋਚਦੇ ਇੱਥੇ ਚਰਚਾ ਵੀ ਇਹਨੂੰ ਹੋਰ ਕਰ ਸੜਕਾਂ ਉੱਤੇ ਬਹਿ ਬਹਿ ਕੇ ਜਿੰਦਗੀ ਕਿਤੇ ਬਹਿ ਬਹਿ ਕੇ ਘਰ ਰੋਟੀ ਹੈ ਨਹੀਂ ਖਾਣੇ ਲਈ ਉਹਨੇ ਅੱਗੇ ਮਿੰਤਾ ਕਰ। ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਇਹਨਾਂ ਦੇ ਆਸ ਹੈ ਕਿ ਤੁਸੀਂ ਗੀਤਾਂ ਦੀ ਡਿਮਾਂਡ ਕਰੋਗੇ। ਹਾਂਜੀ ਮੈਡਮ ਮੈਂ ਐਸਐਮਓ ਕਮਿਊਨਿਟੀ ਹੈਲਥ ਸੈਂਟਰ ਬੜਾ ਪਿੰਡ। ਅੱਜ ਅਸੀਂ ਇੱਥੇ ਇੱਕ ਕੈਂਪ ਰੱਖਿਆ ਹੈ ਜਿਹਦੇ 'ਚ ਆਪਾਂ के बच्चे बोले ने, बच्चों के पेरेंट्स किहड़ा बोले ने, कॉलेज डुब रहे ने, विद्यार्थी जिहड़े ने वो पढ़ाई दी जिहड़ी आवाज़ सो दब के रह जाती सी, उस आवाज़ को सरदार सिमरजीत सिंह बैंस जी ने बुलंद किया। चाइना के नाल जंग हुई, नौजवान शहीद होए, 22 जनवरी की शहीदी के उत्ते मोदी ने 1 मिनट में मिट्टी पाती कहता चाइना ने तक उस पर करी नहीं सी। पूरा हल्के का एमएलए ते एमपी अफसोस करनी जाता। फतेह अज करना वाहिगुरू जी का खालसा वाहिगुरू जी की फतेह। सब तो पहला पठानकोट धन्यवाद सारे प्रबंधक जी का जिन्होंने चंगा बंदोबस्त करके मेरे लेके आपकी अज पहले भरा का चौथा दिन, पहले भरा के 4 दिन सीगे कड़ियाणा साहब के नाम थोड़ा बहुत धन्यवाद जी। डॉक्टर अम्बेडकर नौजवान सभा के प्रधान साहब उन्होंने बेनती करूँगा कि वैसों के को वो भी अपना सम्मान प्राप्त करें। बोले भाजी कुलवीर सिंह बड़ा पिंड उन्होंने सम्मान बलवंत भाजी बनाने बेनती है। मैं सब ने सवेरे बैठक साथ कहता सी गई सरदार कुलवीर सिंह बड़ा पिंड मैं क्या उन्होंने बदल होने के नाल बोले सो सरदार कुलविंदर सिंह की बेटी है आरो दरबार सिंह जी बड़े आपको खड़े बड़े एकदम भाजी दलजीत सिंह जी आ जाओ। ਅੱਜ ਲੋਕ ਇਨਸਾਫ ਪਾਰਟੀ ਨੇ ਵਿਧਾਨ ਸਭਾ ਹਲਕਾ ਫਲੌਰ ਦੇ ਤਕਰੀਬਨ 15 ਕੁ ਪਿੰਡਾਂ ਦਾ ਦੌਰਾ ਕੀਤਾ। ਇਸ ਯਾਤਰਾ ਦਾ ਜਿਹੜਾ ਮਨੋਰਥ ਸੀਗਾ ਉਹ ਸੀ ਦਲਿਤ ਵਿਦਿਆਰਥੀ ਬਚਾਓ ਯਾਤਰਾ, ਜੋ ਸਾਧੂ ਸਿੰਘ ਧਰਮਸੋਤ ਨੇ ਬਹੁਤ ਵੱਡਾ ਬਹੁ ਕਰੋੜੀ ਘੁਟਾਲਾ ਕੀਤਾ। ਉਸ ਘੁਟਾਲੇ ਦੇ ਵਾਸਤੇ ਲੋਕਾਂ ਦੇ ਵਿੱਚ ਅਵੇਅਰਨੈਸ ਪੈਦਾ ਕਰਨ ਵਾਸਤੇ ਇਲਾਕੇ ਦੇ ਜਿੰਨੇ ਵਿਦਿਆਰਥੀ ਸਨ ਉਹਨਾਂ ਵਿੱਚ ਅਵੇਅਰਨੈਸ ਪੈਦਾ ਕਰਨ ਵਾਸਤੇ ਸੀ ਤੇ ਸਾਨੂੰ ਬਹੁਤ ਵੱਡਾ ਭਰਮਾ ਹੁੰਗਾਰਾ ਮਿਲਿਆ। ਹਰ ਪਿੰਡ ਦੇ ਵਿੱਚ ਸਰਦਾਰ ਸਿਮਰਜੀਤ ਸਿੰਘ ਬੈਂਸ ਦਾ ਅਤੇ ਦਾਸ ਦਾ ਬਹੁਤ ਨਿੱਘਾ ਸਵਾਗਤ ਕੀਤਾ, ਸਰੋਪੇ ਦੇ ਕੇ ਸਨਮਾਨਿਤ ਕੀਤਾ, ਹਾਰ ਪਾ ਕੇ ਤੇ ਨਾਲ ਆਮ ਵੱਖਰੀਆਂ ਪਾਰਟੀਆਂ ਨੂੰ ਛੱਡ ਕੇ ਲੋਕ ਇਨਸਾਫ ਪਾਰਟੀ ਜੁਆਇਨ ਕੀਤੀ। ਬਹੁਤ ਸਾਰੇ ਵੀਰਾਂ ਨੇ, ਬਹੁਤ ਸਾਰੇ
ਬਜ਼ੁਰਗਾਂ ਨੇ, ਬਹੁਤ ਸਾਰੀਆਂ ਭੈਣਾਂ ਨੇ ਸਾਨੂੰ ਸ਼ੁਭ ਦੁਆਵਾਂ ਦਿੱਤੀਆਂ ਤੇ ਨਾਲ ਉਹਨਾਂ ਨੇ ਪਾਰਟੀ ਜੁਆਇਨ ਕਰਕੇ ਅੱਗੇ ਤੋਂ ਲੋਕ ਇਨਸਾਫ ਪਾਰਟੀ ਦੇ ਨਾਲ ਚੱਲਣ ਦਾ ਵਾਅਦਾ ਕੀਤਾ। ਸੋ ਬੜੀ ਖੁਸ਼ੀ ਮਿਲਦੀ ਆ ਜਦੋਂ ਅਸੀਂ ਜਿਨ੍ਹਾਂ ਵਾਸਤੇ ਲੜ ਰਹੇ ਹਾਂ ਕਿ ਉਹ ਲੋਕ ਨਾਲ ਖੜ ਜਾਂਦੇ ਨੇ, ਉਹਦੇ ਨਾਲ ਸਾਡਾ ਆਪਣਾ ਹੌਸਲਾ ਜਿਹੜਾ ਦੁੱਗਣਾ ਚੌਗਣਾ ਹੋ ਜਾਂਦਾ। ਤੇ ਸਾਡੀ ਇਸ ਸੰਪੂਰਨ ਯਾਤਰਾ ਦੇ ਅੰਦਰ ਜਿੱਥੇ ਨੌਜਵਾਨ ਭਰਾਵਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ, ਉੱਥੇ ਪੱਤਰਕਾਰ ਵੀਰਾਂ ਨੇ ਆਪਣੀਆਂ ਸੇਵਾਵਾਂ ਬਹੁਤ ਸ਼ਾਨਦਾਰ ਦਿੱਤੀਆਂ। ਪੰਜਾਬ ਪੁਲਿਸ ਨੇ ਸਾਡੀ ਸਿਕਿਉਰਿਟੀ ਵਾਸਤੇ ਸਵੇਰ ਤੋਂ ਲੈ ਕੇ ਤਕਰੀਬਨ ਕਾਫਲੇ ਦੇ ਨਾਲ ਚੱਲ ਕੇ ਉਹਨਾਂ ਨੇ ਸਾਡਾ ਸਹਿਯੋਗ ਕੀਤਾ, ਆਪ ਰਸਤੇ ਬਣਾ ਕੇ ਦਿੱਤੇ ਤੇ ਹੋਰ ਬਹੁਤ ਸਾਰੇ ਜਿਹੜੇ ਵੀਰ ਸਨ ਜਿਨ੍ਹਾਂ ਨੇ ਵੈਲਕਮ ਕੀਤਾ। ਕਿਸੇ ਨੇ ਕੋਲਡ ਡਰਿੰਕ, ਕਿਸੇ ਨੇ ਠੰਡਾ ਪਾਣੀ, ਕਿਸੇ ਨੇ ਪ੍ਰਸ਼ਾਦਾ, ਕਿਸੇ ਨੇ ਮਤਲਬ ਆਪਣਾ ਉਹਨਾਂ ਨੇ ਖੁਸ਼ੀ ਪ੍ਰਗਟ ਕਰਨ ਵਾਸਤੇ ਜੋ ਵੀ ਕੰਮ ਕਰਿਆ ਉਹ ਵੇਖਣ ਵਾਸਤੇ ਭਾਵੇਂ ਛੋਟਾ ਕੰਮ ਲੱਗੇ, ਪਰ ਮੈਂ ਮਹਿਸੂਸ ਕਰ ਰਿਹਾ ਕਿ ਸਰੂਪ ਸਿੰਘ ਕਡਿਆਣਾ ਇਹਨਾਂ ਇਲਾਕੇ ਦੇ ਐਸੇ ਹਮਦਰਦ ਲੋਕਾਂ ਦੀਆਂ ਜਿਹੜੀਆਂ ਅਸੀਸਾਂ ਨੇ ਉਹਨਾਂ ਤੋਂ ਇੰਨਾ ਪ੍ਰਭਾਵਿਤ ਹੈ ਕਿ ਮੈਂ ਕਰਜ਼ਦਾਰ ਹਾਂ। ਜਿੱਥੇ ਸਰਦਾਰ ਸਿਮਰਜੀਤ ਸਿੰਘ ਬੈਂਸ ਹੋਣਾ ਦਾ ਮੈਂ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਡੇ ਹਲਕੇ ਨੂੰ ਸਮਾਂ ਦਿੱਤਾ, ਉੱਥੇ ਮੈਂ ਆਪਣੇ ਵਿਧਾਨ ਸਭਾ ਹਲਕਾ ਫਲੌਰ ਦੇ ਸਾਰੇ ਨਾਗਰਿਕਾਂ ਦਾ, ਭਾਵੇਂ ਉਹ ਕਿਹੜੀ ਪਾਰਟੀ ਦੇ ਵੀ ਸਨ, ਹਰ ਇੱਕ ਦੇ ਚਿਹਰੇ ਤੇ ਨੂਰ ਸੀ। ਜਦੋਂ ਅਸੀਂ ਜਾਂਦੇ ਹੋਏ ਹੱਥ ਹਿਲਾ ਰਹੇ ਸੀ, ਉਹ ਸਾਰੇ ਲੋਕ ਆਪਣੇ ਦੁਕਾਨਾਂ ਤੋਂ, ਘਰਾਂ ਤੋਂ ਬਾਹਰ ਆ ਕੇ ਸਾਡਾ ਵੈਲਕਮ ਕਰ ਰਹੇ ਸੀ। ਬੜਾ ਅੱਛਾ ਲੱਗ ਰਿਹਾ ਸੀ ਕਿ ਪੰਜਾਬ ਹੌਲੀ ਹੌਲੀ ਸਿਆਸਤ ਨੂੰ ਛੱਡ ਕੇ ਸਿਆਣਪ ਵਾਲੇ ਪਾਸੇ ਆ ਰਿਹਾ। ਸੋ ਬੜਾ ਅੱਛਾ ਲੱਗ ਰਿਹਾ। ਸੋ ਪ੍ਰਮਾਤਮਾ ਕਿਰਪਾ ਕਰੇ ਕਿ ਸਾਡੇ ਪੰਜਾਬ, ਰੰਗਲੇ ਪੰਜਾਬ ਦੀ ਹੋਰ ਚੜ੍ਹਦੀ ਕਲਾ ਦੀ ਦੁਆ ਅਸੀਂ ਮੰਗਦੇ ਹਾਂ ਤੇ ਪੰਜਾਬ ਜਿਹੜਾ ਉਹ ਪੰਜਾਬੀ ਆਪੋ ਆਪਣੇ ਥਾਂ ਸੁਖੀ ਵਸਣ। ਬਹੁਤ ਬਹੁਤ ਤੁਹਾਡਾ ਧੰਨਵਾਦ ਬੈਂਸ ਸਾਹਿਬ। ਥੈਂਕ ਯੂ ਬ੍ਰਦਰ। ਇਹਨੇ ਬੈਂਸ ਸਾਹਿਬ ਇਹਨਾਂ ਨੇ ਯਾਤਰਾ ਜਿਹੜੀ ਹੈਗੀ ਆ ਦਲਿਤ ਵਿਦਿਆਰਥੀ ਬਚਾਓ ਯਾਤਰਾ ਜਿਹੜੀ ਸ਼੍ਰੀ ਖੁਰਾਲਗੜ੍ਹ ਸਾਹਿਬ ਤੋਂ ਸ਼ੁਰੂ ਕੀਤੀ ਸੀਗੀ, ਪੂਰੇ ਹਲਕਾ ਇਸ ਵੇਲੇ ਹਲਕਾ ਫਲੌਰ ਦੇ ਅੰਦਰ ਯਾਤਰਾ ਕਰ ਰਹੇ ਨੇ, ਵੱਖ-ਵੱਖ ਵਿਦਿਆਰਥੀਆਂ ਤੱਕ ਪਹੁੰਚ ਕਰ ਰਹੇ ਨੇ, ਪਿੰਡਾਂ ਸ਼ਹਿਰਾਂ ਕਸਬਿਆਂ ਤੱਕ ਪਹੁੰਚ ਕਰ ਰਹੇ ਨੇ ਤਾਂ ਕਿ ਇਹ ਅਸਲ ਮੁੱਦਾ ਜਿਹੜਾ ਸਾਧੂ ਸਿੰਘ ਧਰਮਸੋਤ ਦੇ ਵੱਲੋਂ ਜੇ ਇਹ ਬਹੁਤ ਵੱਡਾ ਸਕੈਂਡਲ ਕੀਤਾ ਗਿਆ ਇਹ ਲੋਕਾਂ ਤੱਕ ਪਹੁੰਚ ਸਕੇ ਤੇ ਲੋਕ ਸੜਕਾਂ ਤੇ ਆ ਸਕਣ ਤੇ ਇਹ ਜਿਹੜਾ ਸਾਧੂ ਸਿੰਘ ਧਰਮਸੋਤ ਹੈ ਉਹਨੂੰ ਬਰਖਾਸਤ ਕਰਾ ਕੇ ਉਹਨੂੰ ਬਣਦੀ ਸਜ਼ਾ ਦਵਾ ਦਿੱਤੀ ਜਾ ਸਕੇ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ।